position. Harshpreet Kaur with 94.41% achieved 4th position, and Jasnoor Singh 94.41% achieved 4th position. Go. Go. Class 3rd Cosmos is Rohan Singh 1st position, Bhavandeep Singh 2nd position, Class 4th Cosmos 1st position, Lavleen Kaur, 2nd Ranveer Kaur, 3rd Ravneet Singh. इधर पासे बिठा थल्ले करके ठीक है जी सर जी तुम थोड़ा सेंटर च हो जाओ जी सर इधर जा इधर हो जाओ इधर हो जाओ छे सामने आ रहे इधरली साइड पे बस ठीक है हेलो बेटा जी सामने देख के ठीक है बेटा स्माइल अच्छी रखो जी सको जितना उतना जी लो दोस्तों, क्योंकि बहुत कुछ बाकी रह जाता है और खत्म हो जाती है ये जिंदगी। Thank you, Rafa. Thanks a lot. All the staff members and students, ਤੁਸੀਂ ਬੜਾ ਜਿਹੜਾ ਸਹਿਜ ਰੱਖਿਆ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ। ਕੈਂਬਰਿਜ ਮਾਡਰਨ ਹਾਈ ਸਕੂਲ ਦੇ ਅੱਜ ਦੇ ਇਸ ਐਨੂਅਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਦੇ ਵਿੱਚ ਜਿੰਨੇ ਵੀ ਰਿਸਪੈਕਟੇਬਲ ਆਨਰੇਬਲ ਸਾਡੇ ਗੈਸਟ ਆਏ ਨੇ, ਮਾਲਵਾ ਵੈਲਫੇਅਰ ਸੁਸਾਇਟੀ ਦੇ ਮੈਂਬਰਸ, ਉਹਨਾਂ ਦੇ ਨਾਲ ਮੇਰੇ ਪਰਮ ਮਿੱਤਰ ਮੇਰੇ ਭਰਾ ਸੰਜੀਵ ਮੌਦਗਿਲ ਜੀ, ਸਟੂਡੈਂਟਸ, ਰਿਸਪੈਕਟੇਬਲ ਸਟਾਫ ਮੈਂਬਰਸ, ਅੱਜ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿਉਂਕਿ ਤੁਹਾਡੀ ਜਿਹੜੀ ਮਿਹਨਤ ਆ, ਤੁਹਾਡੇ ਐਫਰਟਸ ਨੇ, ਉਹਨਾਂ ਦੇ ਕਰਕੇ ਅੱਜ ਸਟੂਡੈਂਟਸ ਚਾਹੇ ਆਪਣੇ ਅਕੈਡਮਿਕਸ ਦੇ ਵਿੱਚ ਜਾਂ ਆਪਣੀਆਂ ਇਸ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਸਟੇਜ ਦੇ ਉੱਪਰ ਆਪਣੀ ਪਰਫਾਰਮੈਂਸ ਦੇ ਕੇ ਗਏ ਨੇ। ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਜੇ ਕੋਈ ਵੀ ਸਟੂਡੈਂਟ, ਕੋਈ ਵੀ ਵਿਅਕਤੀ ਆਪਣੇ ਸਕੂਲ ਟਾਈਮ ਦੇ ਵਿੱਚ ਜੇਕਰ ਉਹ ਕਿਸੇ ਵੀ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦਾ, ਵੈਦਰ ਇਟ ਇਜ਼ ਸਪੋਰਟਸ ਔਰ these curricular activities, ਉਸ ਵਿਅਕਤੀ ਦੀ ਜਿਹੜੀ ਪਰਸਨੈਲਿਟੀ ਆ ਉਹ ਆਲਮੋਸਟ ਇਨਕੰਪਲੀਟ ਰਹਿੰਦੀ ਹੈ। ਉਹ ਪਬਲਿਕ ਨੂੰ ਫੇਸ ਨਹੀਂ ਕਰ ਸਕਦਾ ਕਿਉਂਕਿ ਕਿਸੇ ਸਿਆਣੇ ਨੇ ਕਿਹਾ ਕਿ ਅੱਜ ਦੀ ਜਿਹੜੀ ਸਦੀ ਹੈ 21ਵੀਂ ਸਦੀ ਦੇ ਵਿੱਚ ਜਿਹਦਾ ਆਹਾ ਤੇ ਆ ਚੱਲਦੀ ਆ ਉਹ ਕਾਮਯਾਬ ਆ। ਸਮਝੇ? ਜਿਹਦਾ ਆਹ ਤੇ ਆਹ ਦੋਨੋਂ ਚੱਲਦੀਆਂ ਨੇ ਉਹ ਕਾਮਯਾਬ ਆ। ਸੋ ਇਹ ਤਾਂ ਚੱਲਣਗੀਆਂ ਜੇਕਰ ਅਸੀਂ ਇਹਨਾਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਾਂਗੇ, ਆਪਣੇ ਗੁਰੂਆਂ ਦਾ ਸਨਮਾਨ ਕਰਾਂਗੇ। ਤੇ ਦੂਸਰੀ ਗੱਲ ਬੇਟੇ, ਇਹ ਜਿਹੜੇ ਤੁਹਾਡੇ ਪ੍ਰਿੰਸੀਪਲ ਸ਼੍ਰੀ ਸੰਜੀਵ ਮੌਦਗਿਲ ਜੀ ਨੇ, ਮੇਰੇ ਤਾਂ ਪਰਮ ਮਿੱਤਰ ਨੇ। ਸਿਆਣੇ ਕਹਿੰਦੇ ਨੇ ਕਿ ਦੋਸਤ ਦੀ ਜਿਹੜੀ ਤਾਰੀਫ ਆ ਉਹਦੇ ਮੂੰਹ ਤੇ ਤੇ ਉਸਦੀ ਬੁਰਾਈ ਉਹਦੀ ਪਿੱਠ ਤੇ ਨਹੀਂ ਕਰਨੀ ਚਾਹੀਦੀ, ਪਰ ਕਈ ਵਾਰ ਆਪਾਂ ਮਜਬੂਰ ਹੋ ਜਾਂਦੇ ਆ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਤੋਂ
ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਨਿਮਰਤਾ ਸਿੱਖਣ ਨੂੰ ਮਿਲਦੀ ਹੈ। ਸੰਜੀਵ ਮੌਦਗਿਲ ਜੀ ਕੋਈ ਇਹ ਜੋ ਕੁਝ ਹੈ ਇਹਨਾਂ ਨੂੰ ਵਿਰਾਸਤ 'ਚ ਨਹੀਂ ਮਿਲਿਆ ਹੋਇਆ, ਇਨਹੈਰਿਟਡ ਨਹੀਂ ਹੈਗਾ ਇਹਨਾਂ ਦਾ। ਇਹ ਸੰਜੀਵ ਮੌਦਗਿਲ ਜੀ ਦੀ ਬਹੁਤ ਲੰਬੀ ਤਪੱਸਿਆ ਤੇ ਬਹੁਤ ਲੰਬੀ ਮਿਹਨਤ ਆ, ਕਿਉਂਕਿ ਮੈਂ ਹਰ ਰੋਜ਼ ਇਹਨਾਂ ਦਾ ਹਮਰਾਜ਼ ਆ ਤੇ ਹਰ ਰੋਜ਼ ਹਰ ਇੱਕ ਐਕਟੀਵਿਟੀ ਸਾਡੀ ਆਪਸ ਦੇ ਵਿੱਚ ਸ਼ੇਅਰ ਹੁੰਦੀ ਹੈ। ਕਿੰਨੀ ਸਟਰਗਲਸ ਦੇ ਵਿੱਚ, ਕਿੰਨੀਆਂ ਤਕਲੀਫਾਂ ਦੇ ਨਾਲ, ਹਰ ਰੋਜ਼ ਨਿਰੰਤਰ ਮਿਹਨਤ ਦੇ ਨਾਲ ਸੰਜੀਵ ਮੌਦਗਿਲ ਜੀ ਨੇ ਇਹ ਸਾਰਾ ਸਟਰਕਚਰ ਖੜਾ ਕੀਤਾ ਹੈ। ਤੇ ਮੈਂ ਕੌਨਫੀਡੈਂਟ ਵੀ ਹਾਂ ਤੇ ਹੋਪਫੁਲ ਵੀ ਹਾਂ ਕਿ ਇਹਦੇ ਨਾਲੋਂ ਆਉਣ ਵਾਲੇ ਸਮੇਂ ਦੇ ਵਿੱਚ ਡਬਲ ਹੋਊਗਾ। ਤੇ ਤੁਹਾਡੇ ਲਈ ਇੱਕ ਅੱਛੀ ਨਿਊਜ਼ ਹੈ ਕਿ ਨੈਕਸਟ ਈਅਰ ਤੁਹਾਡਾ ਸਕੂਲ ਹੈ ਜਿਹੜਾ ਉਹ ਸੀਨੀਅਰ ਸੈਕੰਡਰੀ ਹੋਊਗਾ। ਇਹ ਸੰਜੀਵ ਜੀ ਦੀ ਅਣਥੱਕ ਮਿਹਨਤ ਆ, ਇਹਨਾਂ ਦੇ ਮਦਰ ਦੀ, ਇਹਨਾਂ ਦੇ ਪੇਰੈਂਟਸ ਦੀ, ਇਹਦੇ ਫਾਦਰ ਦੀ ਜਿਹੜੀ ਆਸ਼ੀਰਵਾਦ ਆ, ਕਿਉਂਕਿ ਐਜ਼ ਅ ਬ੍ਰਦਰ, ਐਜ਼ ਅ ਫਰੈਂਡ, ਐਜ਼ ਐਨ ਐਡਮਿਨਿਸਟ੍ਰੇਟਰ ਮੈਂ ਦੇਖਿਆ ਕਿ ਸੰਜੀਵ ਮੌਦਗਿਲ ਜੀ ਦੇ ਵਿੱਚ ਜਿਹੜੀਆਂ ਕੁਆਲਿਟੀਆਂ ਨੇ ਉਹ ਬਹੁਤ ਘੱਟ ਲੋਕਾਂ 'ਚ ਹੁੰਦੀਆਂ ਨੇ। ਪੇਸ਼ੈਂਸ ਬਹੁਤ ਆ, ਪੇਸ਼ੈਂਸ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ। ਕਿੰਨੀ ਵੱਡੀ ਮਰਜ਼ੀ ਪ੍ਰੋਬਲਮ ਹੋਵੇ ਬਹੁਤ ਪੇਸ਼ੈਂਸ ਨਾਲ ਉਹਨੂੰ ਫੇਸ ਕਰਦੇ ਨੇ। ਸੋ ਬੇਟੇ, ਜਦੋਂ ਸਾਡੇ ਸਾਹਮਣੇ ਇਦਾਂ ਦਾ ਰੋਲ ਮਾਡਲ ਹੋਵੇ, ਕਿਉਂਕਿ ਅਧਿਆਪਕ ਦੀਆਂ ਗੱਲਾਂ ਤੋਂ ਘੱਟ ਉਸ ਦੇ ਕਰੈਕਟਰ ਤੋਂ ਜ਼ਿਆਦਾ ਸਿੱਖਿਆ ਜਾਂਦਾ, ਤੇ ਤੁਹਾਡੇ ਕੋਲ ਤਾਂ ਤੁਰਦੀ ਫਿਰਦੀ ਯੂਨੀਵਰਸਿਟੀ ਹੈ, ਐਨਸਾਈਕਲੋਪੀਡੀਆ ਹੈ। ਸੋ ਲੋੜ ਆ ਸਾਨੂੰ ਇਹਨਾਂ ਦੀ ਲਾਈਫ ਤੋਂ ਸਿੱਖਣ ਦੀ। ਤੇ ਬਾਕੀ ਸਟਾਫ ਮੈਂਬਰਸ ਨੂੰ ਮੈਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦਾ, ਉਹਨਾਂ ਨੂੰ ਕੰਗ੍ਰੈਚੁਲੇਟ ਕਰਦਾ ਕਿ ਉਹਨਾਂ ਨੇ ਸਟੂਡੈਂਟਸ ਨੂੰ ਇੰਨੀ ਅੱਛੀ ਮਿਹਨਤ ਕਰਾਈ ਆ ਕਿ ਉਹ 90s ਦੇ ਵਿੱਚ 95%, 96%, 99 ਮੈਂ ਸੁਣ ਰਿਹਾ ਸੀ, ਇਹ ਸਭ ਲੈ ਕੇ ਬੱਚੇ ਆ ਜਿਹੜੇ ਅੱਜ ਪ੍ਰਾਈਜ਼ਸ ਲੈ ਰਹੇ ਨੇ, ਸਟੇਜ ਦੇ ਉੱਪਰ ਪਰਫਾਰਮ ਕਰ ਰਹੇ ਨੇ। ਸੋ ਮੈਂ ਐਂਡ ਦੇ ਵਿੱਚ ਇਹੀ ਕਹਾਂਗਾ ਕਿ ਪ੍ਰਮਾਤਮਾ ਸੰਜੀਵ ਜੀ ਦੀ ਮਿਹਨਤ ਨੂੰ, ਤੁਹਾਡੀ ਮਿਹਨਤ ਨੂੰ ਹਮੇਸ਼ਾ ਫਲ ਦਿੰਦਾ ਰਹੇ। ਥੈਂਕ ਯੂ ਵੈਰੀ ਮਚ। ਅੱਜ ਕੈਂਬਰਿਜ ਮਾਡਰਨ ਸਕੂਲ ਦੇ ਵਿੱਚ 19ਵਾਂ ਐਨੂਅਲ ਸੈਲੀਬ੍ਰੇਸ਼ਨ ਦਿਨ ਮਨਾਇਆ ਜਾ ਰਿਹਾ। ਬੱਚਿਆਂ ਦੇ ਨਾਲ ਕਲਚਰਲ ਐਕਟੀਵਿਟੀ ਦੇ ਸਾਰੇ ਜਿਹੜੇ ਪ੍ਰੋਗਰਾਮ ਸਟੇਜ ਤੇ ਬੱਚਿਆਂ ਨੇ ਕੀਤੇ ਉਹ ਸਾਰੇ ਹੀ ਬਹੁਤ ਦਿਲ ਨੂੰ ਛੂਹਣ ਵਾਲੇ ਸਨ। ਔਰ ਇਸ ਤੋਂ ਪਹਿਲਾਂ ਨਰਸਰੀ, LKG, UKG ਵਾਲੇ ਬੱਚਿਆਂ ਨੇ ਬਹੁਤ ਅੱਛੀ ਪਰਫਾਰਮੈਂਸ ਕੀਤੀ, ਜਿਹਦੇ ਵਿੱਚ ਬੱਚਿਆਂ ਨੇ ਇੱਕ ਐਕਸਟਰਾਆਰਡਨਰੀ ਵੇ ਦੇ ਨਾਲ ਸਟੇਜ ਤੇ ਪਹੁੰਚੇ ਔਰ ਵਧੀਆ ਜਿਹੜਾ ਸੀ ਉਹਨਾਂ ਨੇ ਡਾਂਸ ਦਾ ਪ੍ਰੋਗਰਾਮ ਦਿਖਾਇਆ। ਤੁਸੀਂ ਇਹ ਦੇਖ ਲਓ ਬੇਟਾ, ਇੱਕ ਸਟੇਜ ਤੇ ਆਉਣਾ, ਕਈ ਇਸ ਤਰ੍ਹਾਂ ਦੇ ਹੁੰਦੇ ਨੇ ਲੋਕ ਜਿਨ੍ਹਾਂ ਨੂੰ ਸਟੇਜ ਤੇ ਪਹੁੰਚਣ ਦਾ ਕਦੇ ਮੌਕਾ ਨਹੀਂ ਮਿਲਦਾ। ਤੁਸੀਂ ਦੇਖੋ ਬੜੇ ਖੁਦਕਿਸਮਤ ਹੋ ਜਿਹੜੇ ਈਵਨ ਦੈਨ 3 ਇਅਰਸ ਤੋਂ, ਨਰਸਰੀ ਦਾ ਬੱਚਾ 2.5 ਜਾਂ 3 ਇਅਰਸ ਤੋਂ ਸਟਾਰਟ ਹੁੰਦਾ ਔਰ 3 ਇਅਰਸ ਤੋਂ ਜਿਹੜਾ ਬੱਚਾ ਸਟੇਜ ਸੰਭਾਲਣੀ ਲੱਗ ਜਾਵੇ ਤਾਂ ਉਹ ਬੱਚੇ ਦੀ ਸਕਸੈਸ ਰੇਟ ਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਸਟੇਜ ਤੇ ਬੋਲਣਾ, ਸਟੇਜ ਤੇ ਪਰਫਾਰਮ ਕਰਨਾ ਬਹੁਤ ਹੀ ਮੁਸ਼ਕਿਲ ਹੈ। ਔਰ ਇਹ ਜਿਹੜਾ ਬੱਚਿਆਂ ਦੇ ਵਿੱਚ ਕੌਨਫੀਡੈਂਸ ਪੈਦਾ ਹੋਇਆ, ਜਿਹੜੇ ਇਹਨਾਂ ਦੇ ਟੀਚਰ ਸਾਹਿਬਾਨ ਨੇ ਇਹ ਵੀ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਆਪਣੇ ਆਪ ਤਿਆਰੀ ਕਰਵਾ ਕੇ ਚੰਦ ਦਿਨਾਂ ਦੇ ਵਿੱਚ ਬੱਚਿਆਂ ਨੂੰ ਇਸ ਕਾਬਿਲ ਬਣਾਇਆ ਕਿ ਉਹ ਬੱਚੇ ਸਟੇਜ ਤੇ ਪਰਫਾਰਮ ਕਰ ਸਕੇ। ਤੇ ਇਦਾਂ ਹੀ ਬੱਚਾ, ਜੇਕਰ ਆਪਾਂ ਟੀਚਰ ਦੀ ਸਭ ਤੋਂ ਪਹਿਲਾਂ ਜਿਹੜਾ ਹੈ ਗੁਰੂ ਹੈ, ਐਜੂਕੇਸ਼ਨ ਜਿਹੜਾ ਹੈ ਉਹ ਇੱਕ ਸਕੂਲ ਜਿਹੜਾ ਇੱਕ ਮੰਦਰ ਦੀ ਤਰ੍ਹਾਂ ਹੈ, ਤੇ ਅਸੀਂ ਇਸ ਨੂੰ ਸਾਫ਼ ਸੁਥਰਾ ਰੱਖਣਾ ਤੇ ਇਹਦੀ ਸਾਂਭ ਸੰਭਾਲ ਕਰਨਾ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਕਿ ਤੁਹਾਡੀ ਹੁੰਦੀ ਹੈ। ਜਿਹੜੇ ਟੀਚਰਸ ਨੇ ਉਹ ਇਹਦੇ ਵਿੱਚ ਗੁਰੂ ਦਾ ਰੂਪ ਨੇ, ਜਿੰਨਾ ਵੀ ਤੁਸੀਂ ਇਹਨਾਂ ਤੋਂ ਸਿੱਖੋਗੇ ਤੁਹਾਨੂੰ ਉਹ ਤੋਂ ਵੱਧ ਜਿਹੜਾ ਹੈਗਾ ਤੁਹਾਨੂੰ ਇਹ ਸਿਖਾਉਣ ਦੇ ਲਈ ਅੱਗੇ ਵਧਣਗੇ। ਤੁਸੀਂ 1 ਕਦਮ ਚੱਲੋਗੇ ਤਾਂ ਇਹ 2 ਕਦਮ ਅੱਗੇ ਵਧਣਗੇ। ਔਰ ਜਿਹੜਾ ਇਹੀ ਕਾਰਨ ਹੈ ਕਿ 2001 ਤੋਂ ਕੈਂਬਰਿਜ ਮਾਡਰਨ ਸਕੂਲ ਜਦੋਂ ਮਲੌਦ ਦੇ ਵਿੱਚ ਐਸਟੈਬਲਿਸ਼ ਹੋਇਆ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਬੱਚੇ ਸਾਡੇ ਕੋਲ ਪੜ੍ਹ ਕੇ ਗਏ ਨੇ, ਈਵਨ ਦੈਨ 350 ਅਪਰੋਕਸੀਮੇਟ ਦੇ ਕਰੀਬ ਜਿਹੜੇ ਬੱਚੇ ਅਬਰੋਡ ਸੈਟਲ ਹੋ ਚੁੱਕੇ ਨੇ। ਉਸ ਤੋਂ ਵੀ ਇਲਾਵਾ
ਜਿਹੜੇ ਬੱਚੇ MBBS ਕਰਕੇ BDS ਕਰਕੇ ਤੇ ਇੰਜੀਨੀਅਰਿੰਗ ਕਰਕੇ ਅੱਛੇ ਮੁਕਾਮ ਜਿਹੜੇ ਨੇ ਹਾਸਲ ਕੀਤੇ ਨੇ, ਉਹਨਾਂ ਦੇ ਜਦੋਂ ਉਹੀ ਬੱਚੇ ਆ ਕੇ ਸਾਡੇ ਕੋਲ ਐਜ਼ ਏ ਗੈਸਟ ਆਉਂਦੇ ਨੇ ਤਾਂ ਬੜਾ ਮਾਣ ਮਹਿਸੂਸ ਹੁੰਦਾ। ਤੁਹਾਨੂੰ ਇਸ ਲਈ ਦੱਸਿਆ ਜਾਂਦਾ ਕਿ ਤੁਹਾਡੇ ਲਈ ਇੱਕ ਉਹ ਰੋਲ ਮਾਡਲ ਨੇ। ਜਿਵੇਂ ਕਿ ਤੁਸੀਂ ਐਥਲੈਟਿਕ ਮੀਟ ਦੇ ਵਿੱਚ ਦੇਖਿਆ ਕਿ ਕਈ ਬੱਚੇ ਆਪਣੇ ਨਵਦੀਪ ਸਿੰਘ ਜਿਹੜਾ ਬੱਚਾ ਸੀ ਉਹ ਇੰਜੀਨੀਅਰਿੰਗ ਕਰਕੇ ਸਾਡੇ ਕੋਲ ਆਇਆ, ਪ੍ਰੀਤਿੰਦਰ ਸਿੰਘ, ਤਾਂ ਇਦਾਂ ਦੇ ਬੱਚੇ ਜਿਹੜੇ ਨੇ। ਔਰ ਸੁਮਨਪ੍ਰੀਤ ਕੌਰ ਲੜਕੀ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਟੈਨਿਸ ਦੀ ਜਿਹੜੀ ਹੈ ਪਲੇਅਰ ਬਣ ਚੁੱਕੀ ਆ। ਔਰ ਉਹਨਾਂ ਦੇ ਫਾਦਰ ਸਾਹਿਬ ਇੱਥੇ ਬਲੌਗ ਦੇ ਵਿੱਚ ਇੱਕ ਬੜਾ ਛੋਟਾ ਜਿਹਾ ਵਰਕ ਕਰਦੇ ਸੀ। ਔਰ ਮੈਨੂੰ ਯਾਦ ਆ ਕਿ ਜਦੋਂ ਉਹਨਾਂ ਨੇ ਆ ਕੇ ਇੱਥੇ ਗੱਲ ਕਰਿਆ ਕਰਨੀ ਆਫਿਸ ਦੇ ਵਿੱਚ ਕਿ ਮੈਂ ਆਪਣੇ ਬੱਚੇ ਨੂੰ ਸਰ ਕੁਝ ਬਣਾਉਣਾ ਚਾਹਨਾ ਜਿਹੜਾ ਜ਼ਿੰਦਗੀ 'ਚ ਮੈਂ ਨਹੀਂ ਕਰ ਸਕਿਆ। ਪੇਰੈਂਟਸ ਦੀ ਹਮੇਸ਼ਾ ਇਹ ਇੱਛਾ ਹੁੰਦੀ ਹੈ ਕਿ ਜੋ ਮੈਂ ਨਹੀਂ ਕਰ ਸਕਿਆ ਜ਼ਿੰਦਗੀ ਦੇ ਵਿੱਚ ਉਹ ਮੇਰੇ ਬੱਚੇ ਕਰਨ। ਤਾਂ ਇਸ ਲਈ ਤੁਸੀਂ ਆਪਣੇ ਮਾਂ-ਬਾਪ ਦੇ ਜਿਹੜੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਇਰਾਦੇ ਨੇ ਔਰ ਜਿਹੜੇ ਇਹ ਚਾਹੁੰਦੇ ਨੇ ਕਿ ਜੋ ਕੁਝ ਮੈਂ ਪ੍ਰਾਪਤ ਨਹੀਂ ਕਰ ਸਕਿਆ ਉਹ ਮੇਰੇ ਬੱਚੇ ਪ੍ਰਾਪਤ ਕਰਨ, ਤਾਂ ਅਸੀਂ ਇਸ ਸੇਧ ਤੇ ਚੱਲਦੇ ਹੋਏ ਉਸ ਬੱਚੀ ਨੂੰ ਹਜੇ ਜਨਮ ਵੀ ਨਹੀਂ ਉਹਨੇ ਲੈਤਾ ਸੀ, ਉਹਨਾਂ ਦੇ ਫਾਦਰ ਸਾਹਿਬ ਇਹ ਸੋਚਣ ਲੱਗੇ ਸੀ ਜਦੋਂ ਉਹਨਾਂ ਨੇ ਜਿੰਨੇ ਮੈਚ ਦੇਖਿਆ ਕਰਨੇ ਟੇਬਲ ਟੈਨਿਸ ਦੇ, ਉਹਨਾਂ ਨੇ ਸੋਚਿਆ ਕਰਨਾ ਕਿ ਮੈਂ ਆਪਣੀ ਬੇਟੀ ਨੂੰ ਇੱਥੇ ਤੱਕ ਲੈ ਕੇ ਜਾਵਾਂਗਾ। ਤਾਂ ਉਸ ਦੌਰਾਨ ਕਈ ਵਾਰੀ ਸਾਡੇ ਨਾਲ ਜਦੋਂ ਗੱਲ ਕਰਦੇ ਤਾਂ ਅਸੀਂ ਵੀ ਕਈ ਵਾਰੀ ਇਹ ਝੁਕਾਵ ਲੈਂਦੇ ਵੀ ਇਹ ਬੰਦਾ ਕਾਫੀ ਜ਼ਿਆਦਾ ਹਜੇ ਖਿਆਲੀ ਬੰਦਾ ਤੇ ਹਜੇ ਤਾਂ ਬੱਚੀ ਦਾ ਜਨਮ ਹੋਣਾ ਤੇ ਇਹ ਗੱਲਾਂ ਕਾਫੀਆਂ ਵੱਡੀਆਂ ਕਰਦਾ। ਪਰ ਉਸ ਦਾ ਕਿਹਾ ਹੋਇਆ ਸਾਨੂੰ ਅੱਜ ਵੀ ਯਾਦ ਆ। ਉਹਨੇ ਮਤਲਬ ਇੱਕ ਐਗਜ਼ਾਮਪਲ ਦੇ ਤੌਰ ਤੇ ਹੋਰ ਵੀ ਕਿਹਾ ਸੀ ਕਿ ਸਰ ਜਿਹੜਾ ਤੁਹਾਡੀ ਸੰਸਥਾ ਔਰ ਇਹ ਇੱਕ ਦਿਨ ਐਡੀ ਬੜੀ ਸੰਸਥਾ ਬਣਨੀ ਆ ਕਿ ਤੁਸੀਂ ਦੇਖਦੇ ਰਹੋਗੇ ਔਰ ਮੈਂ ਵੀ ਤੁਹਾਨੂੰ ਯਾਦ ਕਰਾਉਂਦਾ ਰਹਾਂਗਾ। ਉਹੀ ਦਿਨ ਉਹੀ ਟਾਈਮ ਹੁਣ ਉਹ ਬੱਚੇ ਜਿਹੜਾ ਹੈਗਾ ਸੁਮਨਪ੍ਰੀਤ ਕੌਰ ਜਿਹੜੀ ਟੇਬਲ ਟੈਨਿਸ ਦੀ ਇੰਟਰਨੈਸ਼ਨਲ ਪਲੇਅਰ ਹੈ ਤੇ ਜਦੋਂ ਉਹ ਕਿਤੇ ਉਹਦਾ ਮੈਚ ਕੈਨੇਡਾ ਦੇ ਵਿੱਚ ਹੁੰਦਾ, ਕਦੇ USA ਦੇ ਵਿੱਚ ਹੁੰਦਾ ਤੇ ਕਦੇ ਉਹ ਇਟਲੀ ਜਾਂਦੀ ਹੈ ਤਾਂ ਉਹਦੀ ਜਿਹੜੀ ਵੀਡੀਓ ਹੈ ਉਹ ਸਾਡੇ ਕੋਲ ਸੈਂਡ ਕਰਦੇ ਨੇ। ਤਾਂ ਉਹ ਬੱਚੀ ਜਿਹੜਾ ਕਿ ਜਿਨ੍ਹਾਂ ਦੇ ਫਾਦਰ ਸਿਰਫ ਲੇਬਰ ਕਲਾਸ ਤੋਂ ਚੱਲਦੇ ਸੀ ਔਰ ਅੱਜ ਉਸ ਬੱਚੀ ਨੇ ਉਹਨਾਂ ਨੂੰ ਸਾਰੇ ਵਰਲਡ ਦੀ ਜਿਹੜੀ ਸੈਰ ਕਰਵਾ ਦਿੱਤੀ ਹੈ। ਇਸ ਕਰਕੇ ਤੁਹਾਨੂੰ ਵੀ ਮੈਂ ਇਹੀ ਸਿੱਖਿਆ ਦਵਾਂਗਾ ਕਿ ਆਪਣੇ ਬੱਚਿਆਂ ਦੇ ਲਈ ਆਪਣੇ ਪੇਰੈਂਟਸ ਦੇ ਲਈ ਇੱਕ ਵਿਸ਼ਵਾਸ ਜਿਹੜਾ ਉਹਨਾਂ ਦਾ ਬਣਿਆ ਹੋਇਆ ਹੈ ਉਸ ਨੂੰ ਮੇਨਟੇਨ ਰੱਖੋ। ਜਿਹੜਾ ਪੜ੍ਹਾਈ ਦਾ ਤੁਹਾਨੂੰ ਬਹੁਤ ਖੁਸ਼ਕਿਸਮਤ ਹੋ ਕਿ ਪੇਰੈਂਟਸ ਇੰਨੀ ਮੁਸ਼ਕਲ ਦੇ ਨਾਲ ਤੁਹਾਨੂੰ ਪੜ੍ਹਾਉਂਦੇ ਨੇ ਔਰ ਤੁਹਾਨੂੰ ਇਸ ਤਰ੍ਹਾਂ ਦਾ ਸੰਸਥਾ ਮਿਲੀ ਆ ਕਿ ਜਿੱਥੇ ਤੁਹਾਨੂੰ ਹਰੇਕ ਜਿਹੜੀ ਮਹਿੰਗੀ ਤੋਂ ਮਹਿੰਗੀ ਐਜੂਕੇਸ਼ਨ ਆ ਉਹ ਬਹੁਤ ਹੀ ਜਿਹੜਾ ਹੈਗਾ ਅਸੀਂ ਕਹਿ ਸਕਦੇ ਹਾਂ ਕਿ ਜੈਨੂਇਨ ਫੀਸ ਸਟਰਕਚਰ ਤੇ ਤੁਹਾਨੂੰ ਅਸੀਂ ਮੁਹੱਈਆ ਕਰਾਉਂਦੇ ਆ। ਤੇ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੱਚੇ ਜਿਹੜੇ ਈਵਨ ਦੈਨ ਹੁਣ ਅਵਾਰਡ ਆਫ ਆਨਰ ਲੈ ਕੇ ਗਏ ਨੇ ਬੱਚੇ ਅਕੈਡਮਿਕ ਦੇ ਵਿੱਚ, ਜਿਹੜੇ ਬੱਚੇ ਜਿਹੜੇ ਆਉਣ ਵਾਲੇ ਬੋਰਡ ਦੇ ਵਿੱਚ ਬੋਰਡ ਕਲਾਸਿਸ ਦੇ ਵਿੱਚ ਜਿਹੜੇ ਵੀ ਬੱਚੇ ਆਪਣੀਆਂ ਪੋਜੀਸ਼ਨਾਂ ਲੈ ਕੇ ਆਣਗੇ ਉਹਨਾਂ ਨੂੰ ਅਸੀਂ ਸਕਾਲਰਸ਼ਿਪ ਪ੍ਰੋਵਾਈਡ ਕਰਾਂਗੇ ਸਕੂਲ ਵੱਲੋਂ। ਤੇ ਇਸ ਲਈ ਹੁਣ ਅੱਗੇ ਐਗਜ਼ਾਮ ਆ ਰਹੇ ਨੇ ਫੈਬ ਦੇ ਐਂਡ ਤੇ ਮਾਰਚ ਦੇ ਸਟਾਰਟ ਦੇ ਵਿੱਚ, ਤਾਂ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਜਿਹੜੀ ਹੈਗੀ ਆ ਉਹ ਮਿਹਨਤ ਕਰਨੀ ਆ ਤਾਂ ਕਿ ਤੁਸੀਂ ਵੀ ਇਸ ਸਟੇਜ ਦਾ ਇੱਕ ਪਾਰਟ ਬਣ ਸਕੋ, ਇਸ ਸਟੇਜ ਦਾ ਇੱਕ ਹਿੱਸਾ ਬਣ ਸਕੋ, ਤੁਹਾਡੇ ਮਾਪੇ ਵੀ ਤੁਹਾਡੇ ਤੇ ਫਖਰ ਕਰਨ। ਇਹ ਸਮਾਂ ਜਿਹੜਾ ਹੈਗਾ ਬਹੁਤ ਹੀ ਪ੍ਰੀਸ਼ੀਅਸ ਆ ਕਿਉਂਕਿ ਟੈਕਨੋਲੋਜੀ ਦਾ ਸਮਾਂ, ਦੋਨੇ ਚੀਜ਼ਾਂ ਜਿਸ ਤਰ੍ਹਾਂ ਇੱਕ ਪੁਆਇੰਟ ਦੀਆਂ ਹੈਡ ਔਰ ਟੇਲਸ ਹੁੰਦੀਆਂ ਨੇ ਤਾਂ ਏਦਾਂ ਹਰੇਕ ਟੈਕਨੋਲੋਜੀ ਦੇ ਪਾਰਟ ਦੀਆਂ ਦੋ ਸਾਈਡਾਂ ਹੁੰਦੀਆਂ ਨੇ। ਜੇ ਸਾਈਡਸ ਨੂੰ ਅਸੀਂ ਦੇਖੀਏ ਤਾਂ ਉਹਦੇ ਵਿੱਚ ਟੈਕਨੋਲੋਜੀ ਦੀ ਗੱਲ ਕਰੀਏ, ਜੇ ਅੱਜ ਅਸੀਂ ਕੰਪਿਊਟਰ ਦੀ ਗੱਲ ਕਰੀਏ, ਅੱਜ ਅਸੀਂ ਮੋਬਾਈਲ ਫੋਨ ਦੀ ਗੱਲ ਕਰੀਏ, ਬੇਟਾ ਜੇਕਰ ਅਸੀਂ ਇਹਨੂੰ ਪੋਜ਼ਿਟਿਵ ਲੈ ਕੇ ਚੱਲਾਂਗੇ ਤਾਂ ਐਦੋਂ ਵੱਡੀ ਸਮੱਗਰੀ ਕੋਈ ਨਹੀਂ ਹੈ ਸਾਡੇ ਕੋਲ ਕਿਉਂਕਿ ਸਾਰੀਆਂ ਬੁੱਕਸ ਇਹਦੇ ਵਿੱਚ ਅਵੇਲੇਬਲ ਨੇ। ਟਾਈਮ ਟੂ ਟਾਈਮ ਅਸੀਂ ਕੋਈ ਵੀ ਨੌਲੇਜ ਜਿਹੜੀ ਹੈ ਉਹ ਇੱਕ ਗੂਗਲ ਤੇ ਸਰਚ ਕਰਕੇ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਆਪਣੇ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਜਿਹੜੀ ਹੈਗੀ ਅਸੀਂ ਹਾਸਲ ਕਰ ਸਕਦੇ ਹਾਂ, ਪਰ ਗੱਲ ਤਾਂ ਇਹ ਹੈ ਕਿ ਅਸੀਂ ਉਸ ਨੂੰ ਯੂਜ਼ ਕਿਵੇਂ ਕਰਨਾ। ਜਿਹੜਾ ਟਾਈਮ ਬੱਚੇ ਗੇਮਸ ਤੇ ਬੇਸ ਕਰਦੇ ਨੇ ਜਾਂ ਉਸਦੇ ਵੈਸੇ ਫਜ਼ੂਲ ਉਸ ਨੂੰ ਯੂਜ਼ ਕਰਦੇ ਨੇ ਤਾਂ ਉਹ ਸਮਾਂ ਉਹਨਾਂ ਨੂੰ ਸਟੱਡੀ ਤੇ ਲਾਣਾ ਪਏਗਾ। ਈਵਨ ਦੈਨ ਜਦੋਂ ਉਹਨਾਂ ਨੂੰ ਜ਼ਰੂਰਤ ਹੈ ਕਿਸੇ ਚੀਜ਼ ਦਾ ਨਹੀਂ ਪਤਾ ਔਰ ਟੀਚਰ ਸਾਡੇ ਕੋਲ ਪ੍ਰੋਵਾਈਡ ਨਹੀਂ ਹੈ ਉਸ ਟਾਈਮ, ਅਸੀਂ ਘਰੇ ਸਟੱਡੀ ਕਰ ਰਹੇ ਹਾਂ ਤਾਂ ਅਸੀਂ ਉੱਥੇ ਪੇਰੈਂਟਸ ਦੀ ਆਗਿਆ ਦੇ ਨਾਲ ਉਸ ਨੂੰ ਜਿਹੜਾ ਹੈ ਰਿਸਰਚ ਕਰਕੇ ਆਪਣਾ ਟੌਪਿਕ ਕੰਪਲੀਟ ਕਰ ਸਕਦੇ ਹਾਂ। ਪਰ ਇਹ ਨਾ ਹੋਵੇ ਕਿ ਮਾਪਿਆਂ ਦੇ ਵਿਸ਼ਵਾਸ ਦਾ, ਆਪਣੇ ਟੀਚਰਾਂ ਦੇ ਵਿਸ਼ਵਾਸ ਦਾ ਤੁਸੀਂ ਨਜਾਇਜ਼ ਫਾਇਦਾ ਉਠਾਓ।
ਤਾਂ ਮੈਂ ਤੁਹਾਡੇ ਤੋਂ ਪੂਰੀ ਉਮੀਦ ਕਰਦਾ ਕਿ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਗਈਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਤੇ ਅਮਲ ਕਰੋਗੇ। ਇੱਕ ਹੋਰ ਜਿਹੜੀ ਐਗਜ਼ਾਮੀਨੇਸ਼ਨ ਫੋਬੀਆ ਹੁੰਦਾ, ਬੱਚੇ ਜ਼ਿਆਦਾ ਕਰਕੇ ਕੀ ਕਰਦੇ ਨੇ, ਜਦੋਂ ਐਗਜ਼ਾਮ ਦੇ ਡੇ ਆਉਂਦੇ ਨੇ ਤਾਂ ਉਦੋਂ ਬਿਮਾਰ ਹੋ ਜਾਂਦੇ ਨੇ, ਤੇ ਉਹਦਾ ਕਾਰਨ ਇਹ ਹੁੰਦਾ ਕਿ ਬੱਚੇ ਜਿਹੜੇ ਨੇ ਉਹ ਇਸ ਹਿਸਾਬ ਦੇ ਨਾਲ ਸਟੱਡੀ ਕਰਦੇ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇਕਰ ਅਸੀਂ ਇੱਕ ਯੂਨਿਟ ਦੀ ਤਿਆਰੀ ਅੱਜ ਕਰ ਲਈ ਤਾਂ ਜਦੋਂ ਅਸੀਂ ਸੈਕੰਡ ਯੂਨਿਟ ਪ੍ਰਿਪੇਅਰ ਕਰਨਾ ਤਾਂ ਫਸਟ ਯੂਨਿਟ ਨੂੰ ਅਸੀਂ ਐਜ਼ ਜਸਟ ਲਾਈਕ ਏ ਸਟੋਰੀ ਪੜ੍ਹਨਾ, ਜਿਹੜਾ ਸਾਡਾ ਟੈਸਟ ਹੋ ਚੁੱਕਿਆ, ਤਾਂ ਕਿ ਸੈਕੰਡ ਚੈਪਟਰ ਜਿਹੜਾ ਹੈਗਾ ਜਿਹਦਾ ਟੈਸਟ ਆ ਅਸੀਂ ਉਹਨੂੰ ਵਧੀਆ ਢੰਗ ਦੇ ਨਾਲ ਉੱਥੇ ਦੇ ਸਕੀਏ। ਪਰ ਜਿਹੜਾ ਪਿਛਲਾ ਸਾਡਾ ਪੜਿਆ ਹੋਇਆ ਹੈਗਾ ਉਹਨੂੰ ਵੀ ਸਾਡੇ ਮਾਈਂਡ ਦੇ ਵਿੱਚ ਰਹਿਣਾ ਜ਼ਰੂਰੀ ਹੈ। ਔਰ ਕਦੇ ਵੀ ਪੜ੍ਹਾਈ ਨੂੰ ਬੋਝ ਬਣ ਕੇ ਨਾ ਪੜੋ, ਉਸ ਨੂੰ ਕ੍ਰਾਈਮ ਕਰਕੇ ਨਾ ਪੜੋ, ਉਸ ਨੂੰ ਇਸ ਤਰ੍ਹਾਂ ਪੜੋ ਕਿ ਉਹ ਤੁਹਾਡੇ ਲਾਈਫ ਟਾਈਮ ਯਾਦ ਰਹੇ। ਤਾਂ ਇਹਨਾਂ ਗੱਲਾਂ ਦੇ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਔਰ ਉਮੀਦ ਕਰਦਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੇਪਰਾਂ ਦੇ ਵਿੱਚ ਵਧੀਆ ਤਿਆਰੀ ਕਰਕੇ ਵਧੀਆ ਪ੍ਰਾਪਤੀਆਂ ਲੈ ਕੇ ਕੈਂਬਰਿਜ ਦੀ ਸਟੇਜ ਤੇ ਆਪਣੇ ਅਵਾਰਡ ਪ੍ਰਾਪਤ ਕਰੋਗੇ। ਥੈਂਕਸ ਲੋਟ। प्रिंसीपल संजीव कुमार जी, सब तो पहला मैं प्रिंसीपल साहब संजीव कुमार जी ਅਤੇ ਇਹਨਾਂ ਦੇ ਸਟਾਫ ਵਿਦਿਆਰਥੀਆਂ ਅਤੇ ਬਾਹਰੋਂ ਆਏ ਮਹਿਮਾਨਾਂ ਤੋਂ ਮਾਫੀ ਮੰਗਦਾ ਕਿ ਮੈਂ ਲੇਟ ਹੋ ਗਿਆ। ਬਹੁਤ ਜ਼ਰੂਰੀ ਕੰਮ ਸੀ, ਟਾਈਮ ਥੋੜਾ ਲੱਗਣਾ ਸੀ, ਪਰ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਕਿ ਕਈ ਵਾਰ ਟਾਈਮ ਤੁਹਾਨੂੰ ਜੋ ਦਿੱਤਾ ਜਾਂਦਾ ਉਸ ਤੋਂ ਵੀ ਜ਼ਿਆਦਾ ਲੱਗ ਜਾਂਦਾ। ਸੋ ਮੈਂ ਖਿਮਾ ਦਾ ਪਾਤਰ ਹਾਂ। ਮੈਨੂੰ ਉਮੀਦ ਆ ਕਿ ਤੁਸੀਂ ਮੈਨੂੰ ਇਸ ਲਈ ਜ਼ਰੂਰ ਮਾਫ ਕਰੋਗੇ। ਬਹੁਤ ਖੁਸ਼ੀ ਹੋਈ ਕਿ ਛੋਟੇ ਛੋਟੇ ਫੁੱਲ ਸਾਡੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਦਾ ਨਾਮ ਰੌਸ਼ਨ ਕਰਨਾ, ਜੇ ਬੱਚਿਓ ਤੁਸੀਂ ਸਫਲ ਹੁੰਦੇ ਹੋ, ਵਧੀਆ ਸੈਟਲ ਹੁੰਦੇ ਹੋ, ਤਾਂ ਨੈਚੁਰਲੀ ਆ ਉਸ ਇਲਾਕਾ ਵੀ ਤਰੱਕੀ ਕਰਦਾ। ਸੋ ਇਹ ਇਲਾਕੇ ਦੀ ਤਰੱਕੀ ਸਾਡੇ ਇਹਨਾਂ ਸਾਹਮਣੇ ਵਿਦਿਆਰਥੀਆਂ ਦੇ ਮੋਢਿਆਂ ਤੇ ਆ, ਪਰ ਉਹਦੇ ਵਿੱਚ ਮੁੱਖ ਭੂਮਿਕਾ ਜਿਹੜੀ ਹੈ ਉਹ ਕੈਂਬਰਿਜ ਸਕੂਲ ਮਲੌਦ ਬਾਖੂਬੀ ਅਦਾ ਕਰ ਰਿਹਾ। ਬਹੁਤ ਖੁਸ਼ੀ ਦੀ ਗੱਲ ਆ ਕਿ ਇਸ ਪਿੰਡ ਦੇ ਵਿੱਚ ਆ ਕੇ ਇਸ ਸਕੂਲ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਜਿਹੜੀ ਆ ਉਹ ਦੇ ਰਿਹਾ, ਮਿਆਰੀ ਸਿੱਖਿਆ ਦੇ ਰਿਹਾ ਕਿ ਇੱਥੋਂ ਬੱਚੇ ਸਿੱਖਿਆ ਲੈ ਕੇ ਅੱਗੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਹੀ ਨਹੀਂ ਪਹੁੰਚੇ, ਬਲਕਿ ਵਿਦੇਸ਼ਾਂ ਦੀ ਧਰਤੀ ਉੱਪਰ ਵੀ ਮਲੌਦ ਦਾ ਨਾਮ, ਇਸ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। ਜਦੋਂ ਵੀ ਕਦੇ ਅਖਬਾਰ ਦੇ ਵਿੱਚ ਖਬਰ ਪੜ੍ਹੀ ਦੀ ਆ ਸਕੂਲ ਦੀ ਕਿ ਇਸ ਸਕੂਲ ਨੇ ਖੇਡਾਂ ਦੇ ਵਿੱਚ ਮੱਲਾਂ ਮਾਰੀਆਂ ਨੇ, ਕ੍ਰਿਕਟ ਦੇ ਵਿੱਚ ਨਾਮ ਰੌਸ਼ਨ ਕੀਤਾ, ਗੱਤਕੇ ਦੇ ਵਿੱਚ ਬੁਲੰਦੀਆਂ ਹਾਸਲ ਕੀਤੀਆਂ ਨੇ, ਤਾਂ ਬੜੀ ਖੁਸ਼ੀ ਹੁੰਦੀ ਆ। ਬੜੀ ਠੰਡੀ ਹਵਾ ਦਾ ਬੁੱਲਾ ਜਿਹੜਾ ਮਹਿਸੂਸ ਕਰੀਦਾ ਕਿ ਸੰਜੀਵ ਕੁਮਾਰ, ਪ੍ਰਿੰਸੀਪਲ ਸੰਜੀਵ ਕੁਮਾਰ ਦੀ ਰਹਿਨੁਮਾਈ ਦੇ ਵਿੱਚ ਇਹ ਸਕੂਲ ਬਹੁਤ ਵਧੀਆ ਇਲਾਕੇ ਦੀ ਸੇਵਾ ਕਰ ਰਿਹਾ ਹੈ। ਸੋ ਮੁਬਾਰਕਬਾਦ ਹੈ ਉਹਨਾਂ ਸਾਰੇ ਪੇਰੈਂਟਸ ਨੂੰ ਜਿਨ੍ਹਾਂ ਦੇ ਬੱਚਿਆਂ ਨੇ ਅੱਜ ਇਨਾਮ ਪ੍ਰਾਪਤ ਕੀਤੇ ਨੇ, ਚਾਹੇ ਉਹ ਐਕੈਡੈਮਿਕ ਖੇਤਰ ਦੇ ਵਿੱਚ ਸੀ ਜਾਂ ਕਲਚਰਲ ਐਕਟੀਵਿਟੀਜ਼ ਦੇ ਖੇਤਰ ਵਿੱਚ ਸੀ। ਜਿਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਨਹੀਂ ਵੀ ਪ੍ਰਾਪਤ ਹੋਇਆ ਉਹ ਵੀ ਮੁਬਾਰਕਬਾਦ ਦੇ ਹੱਕਦਾਰ ਨੇ, ਇੱਥੇ ਬੈਠੇ ਨੇ, ਪੜ੍ਹ ਰਹੇ ਨੇ, ਵਧੀਆ ਐਜੂਕੇਸ਼ਨ ਲੈ ਰਹੇ ਨੇ ਔਰ ਉਹਨਾਂ ਨੂੰ ਮੋਟੀਵੇਸ਼ਨ ਮਿਲੇਗੀ ਇਸ ਤਰ੍ਹਾਂ ਦੇ ਫੰਕਸ਼ਨ ਤੋਂ ਕਿ ਉਹ ਵੀ ਮਿਹਨਤ ਕਰਨ ਅਤੇ ਅੱਗੇ ਆਉਣ। ਅੱਗੇ ਤਾਂ ਚੰਦ ਲੋਕਾਂ ਨੇ ਆਉਣਾ ਹੁੰਦਾ, ਇਹ ਨਹੀਂ ਗਾ ਕਿ ਕਲਾਸ ਦੇ ਵਿੱਚ 40 ਸਟੂਡੈਂਟ ਬੈਠੇ ਨੇ ਤਾਂ 40 ਦੇ 40 ਹੀ ਇਨਾਮ ਲੈ ਕੇ ਜਾਣਗੇ। ਕੁਝ ਹੀ ਵਿਦਿਆਰਥੀ ਅੱਗੇ ਆਉਂਦੇ ਨੇ, ਪਰ ਉਹ ਵਿਦਿਆਰਥੀ ਅੱਗੇ ਆਉਂਦੇ ਨੇ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ, ਹਾਰਡ ਵਰਕ ਕਰਦੇ ਨੇ, ਡੈਡੀਕੇਸ਼ਨ ਦੇ ਨਾਲ ਮਿਹਨਤ ਕਰਦੇ ਨੇ, ਟੀਚਰ ਦੇ ਕਹੇ ਅਨੁਸਾਰ ਚੱਲਦੇ ਨੇ। ਜੇ ਅਸੀਂ ਟੀਚਰ ਦੇ ਕਹੇ ਅਨੁਸਾਰ ਨਹੀਂ ਚੱਲਦੇ ਤਾਂ ਅਸੀਂ ਸਫਲ ਨਹੀਂ ਹੋ ਸਕਦੇ। ਸਾਡੇ ਮਾਰਗਦਰਸ਼ਕ ਜਿਹੜੇ ਨੇ ਸਾਡੇ ਅਧਿਆਪਕ ਨੇ ਔਰ ਲੀਡਰਸ਼ਿਪ ਕੁਆਲਿਟੀਆਂ ਜਿਹੜੀਆਂ ਨੇ ਉਹ ਬਹੁਤ ਬਿਹਤਰ ਹੋਣੀਆਂ ਚਾਹੀਦੀਆਂ ਨੇ ਜੋ ਸਾਡੇ ਪ੍ਰਿੰਸੀਪਲ ਸਾਹਿਬ ਦੇ ਵਿੱਚ ਮੌਜੂਦ ਨੇ, ਕਿਉਂਕਿ ਅਗਰ ਲੀਡਰਸ਼ਿਪ ਕੁਆਲਿਟੀਆਂ ਵਧੀਆ ਨੇ ਤਾਂ ਹੀ ਸਕੂਲ ਤਰੱਕੀ ਕਰਦਾ, ਤਾਂ ਹੀ ਉਸਦੇ ਵਿਦਿਆਰਥੀ ਕਾਮਯਾਬ ਹੁੰਦੇ ਨੇ। ਸੋ ਸਾਰਿਆਂ ਨੇ ਅੱਗੇ ਨਹੀਂ ਆਉਣਾ ਹੁੰਦਾ, ਪਰ ਇਹ ਆ ਕਿ ਤੁਹਾਡੇ ਵਿੱਚ ਇੱਕ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ। ਅਗਰ ਤੁਸੀਂ ਕੰਪੀਟੀਸ਼ਨ ਦੀ ਭਾਵਨਾ ਰੱਖੋਗੇ ਕਿ ਨਹੀਂ ਮੈਂ ਉਸ ਤੋਂ ਜ਼ਿਆਦਾ ਨੰਬਰ ਲੈ ਕੇ ਜਾਣੇ ਨੇ, ਮੈਂ ਉਸ ਤੋਂ ਜ਼ਿਆਦਾ ਅੱਗੇ ਵਧਣਾ, ਤਾਂ ਹੀ ਤੁਸੀਂ ਮਿਹਨਤ ਜ਼ਿਆਦਾ ਕਰੋਗੇ, ਤੁਹਾਡੀ ਮਿਹਨਤ ਰੰਗ ਲਿਆਏਗੀ। ਜੇ ਅਸੀਂ ਕੰਪੀਟੀਸ਼ਨ ਦੀ ਭਾਵਨਾ ਨਹੀਂ ਰੱਖਦੇ ਤਾਂ ਉਸ ਹਾਲਤ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਦੇ। ਬੱਚਿਓ, ਕੰਪੀਟੀਸ਼ਨ ਦਾ ਜ਼ਮਾਨਾ ਬਹੁਤ ਜ਼ਿਆਦਾ ਕੰਪੀਟੀਸ਼ਨ ਦੇ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ
ਔਰ ਇਸ ਵਿੱਚ ਤੁਸੀਂ ਤਾਂ ਹੀ ਸਫਲ ਹੋ ਸਕਦੇ ਹੋ ਜੇ ਤੁਸੀਂ ਮਿਹਨਤ ਕਰੋਗੇ। ਸੋ ਸਾਰੇ ਪੇਰੈਂਟਸ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਬੱਚਿਆਂ ਨੇ ਅੱਜ ਇਨਾਮ ਪ੍ਰਾਪਤ ਕੀਤੇ ਨੇ ਤੇ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਇਹ ਸਕੂਲ ਮਿਹਨਤ ਕਰਦਾ ਰਹੇਗਾ, ਇਲਾਕੇ ਦੀ ਸੇਵਾ ਕਰਦਾ ਰਹੇਗਾ। ਜਿੱਥੋਂ ਤੱਕ ਮੇਰਾ ਸਵਾਲ ਆ, ਮੈਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਬੈਠਾ ਹੋਇਆ। ਅਗਰ ਤੁਹਾਡੇ ਸਕੂਲ ਦੇ ਵਿੱਚੋਂ ਕੋਈ ਵੀ ਪਲੱਸ 2 ਤੋਂ ਬਾਅਦ ਤੁਹਾਡੇ ਬੱਚੇ 10th ਕਰਕੇ ਅੱਗੇ ਜਾਂਦੇ ਨੇ ਜਾਂ ਪਲੱਸ 2 ਨੈਕਸਟ ਈਅਰ ਪਲੱਸ 2 ਹੋ ਜਾਣੀ ਹੈ, ਜਾਂ ਤੁਹਾਡੇ ਬੱਚੇ ਕਦੇ ਵੀ ਕੋਈ ਲੋੜ ਪੈਂਦੀ ਆ, ਗਾਈਡੈਂਸ ਦੀ ਲੋੜ ਪੈਂਦੀ ਆ, ਕਿਸੇ ਸਮੇਂ ਵੀ ਤੁਸੀਂ ਇੱਥੇ ਮੈਨੂੰ ਬੁਲਾ ਸਕਦੇ ਹੋ। ਅੱਗੇ ਅਗਰ ਕੈਰੀਅਰ ਗਾਈਡੈਂਸ ਦੀ ਲੋੜ ਆ ਤਾਂ ਸਪੈਸ਼ਲ ਲੈਕਚਰ ਵਗੈਰਾ ਵੀ ਅਸੀਂ ਇੱਥੇ ਅਰੇਂਜ ਕਰ ਦਾਂਗੇ ਬੱਚਿਆਂ ਦੇ ਲਈ। 10th ਵਾਲਿਆਂ ਦੇ ਉਹਨੇ ਅੱਗੇ ਕੀ ਕਰਨਾ, ਕਿਵੇਂ ਕਰਨਾ, ਜਾਂ ਪਲੱਸ 2 ਵਾਲਿਆਂ ਦੇ ਲਈ, ਜਾਂ ਅੱਗੇ ਕਿਤੇ ਵੀ ਤੁਹਾਨੂੰ ਲੋੜ ਪੈਂਦੀ ਹੈ ਜਦੋਂ ਮਰਜ਼ੀ ਮੇਰੇ ਕੋਲ ਆਓ। ਤੁਹਾਡੇ ਪੇਰੈਂਟਸ ਆ ਸਕਦੇ ਨੇ, ਮੋਸਟ ਵੈਲਕਮ। ਤੁਸੀਂ ਸਕੂਲ ਦਾ ਨਾਮ ਲੈਣਾ ਤੇ ਜਿੰਨੀ ਹੈਲਪ ਤੁਹਾਡੀ ਹੋ ਸਕਦੀ ਆ ਮੈਂ ਤੁਹਾਡੀ ਹੈਲਪ ਕਰਾਂਗਾ। ਸੋ ਅਖੀਰ ਦੇ ਵਿੱਚ ਪ੍ਰਿੰਸੀਪਲ ਸਾਹਿਬ ਦਾ, ਸਟਾਫ ਦਾ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਸ਼੍ਰੀ ਆਦਰਸ਼ ਸ਼ਰਮਾ ਜੀ ਦਾ, ਜਿਹੜੇ ਮੇਰੇ ਖਿਆਲ ਹੈ ਬੱਚਿਆਂ ਦੇ ਲਈ ਕੋਈ ਵੀ ਇਸ ਤਰ੍ਹਾਂ ਦੇ ਸ਼ਬਦ ਨਹੀਂ ਬਚੇ ਕਿ ਤੁਹਾਨੂੰ ਮਿਹਨਤ ਦੇ ਲਈ ਵੀ ਪ੍ਰੇਰਿਤ ਕੀਤਾ ਔਰ ਸਕੂਲ ਦਾ ਵੀ ਜਿਹੜਾ ਆਪਣਾ ਏਮ ਹੈ ਉਹ ਕਿੱਥੇ ਤੱਕ ਪਹੁੰਚ ਚੁੱਕਿਆ, ਕਿਸ ਤਰ੍ਹਾਂ ਸਟਰਗਲ ਕਰਕੇ ਅਸੀਂ ਇਸ ਨੂੰ ਲੈ ਚੁੱਕੇ ਹਾਂ। ਔਰ ਇਹਨਾਂ ਦੀਆਂ ਸ਼ੁਭਕਾਮਨਾਵਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਸਕੂਲ ਹੈ ਉਹ ਸੀਨੀਅਰ ਸੈਕੰਡਰੀ ਸਕੂਲ ਬਣ ਜਾ ਰਿਹਾ ਹੈ। ਇਹ ਸਾਰੀ ਹੀ ਕਿਰਪਾ ਸਾਡੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਸ਼੍ਰੀ ਆਦਰਸ਼ ਸ਼ਰਮਾ ਜੀ ਦੀ ਹੈ। ਇਹਨਾਂ ਦੇ ਲਈ ਕਲੈਪਿੰਗ ਕਰ ਦਿਓ ਸਾਰੇ, ਕਿਉਂਕਿ ਮੇਰੇ ਮਿੱਤਰ ਵੀ ਨੇ, ਮੇਰੇ ਗੁਰੂ ਭਰਾ ਵੀ ਨੇ ਔਰ ਦਿਸ਼ਾ ਦੇਣ ਵਾਲੇ ਮੇਰੇ ਭਰਾ ਨੇ। ਤੇ ਇਸ ਲਈ ਮੈਂ ਬਹੁਤ ਦਿਲੋਂ ਇਹਨਾਂ ਨੂੰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਕੈਂਬਰਿਜ ਫੈਮਿਲੀ ਨੂੰ ਆਸ਼ੀਰਵਾਦ ਦਿੱਤਾ। ਤੇ ਇਸ ਤੋਂ ਇਲਾਵਾ ਇਹ ਜਿਹੜੇ ਸਟੂਡੈਂਟਸ ਨੇ ਇਹ ਸਰ ਮੋਸਟ ਪ੍ਰੋਬਬਲੀ ਅਕੈਡਮਿਕ ਐਜ਼ ਵੈਲ ਐਜ਼ ਜਿਹੜੇ ਆਪਣੇ ਸਤਨਾਮ ਟਰਸਟ ਚੰਡੀਗੜ੍ਹ ਜਿਹੜਾ ਸਾਡੇ ਕੋਲ ਚੱਲ ਰਿਹਾ ਆਲਰੇਡੀ, ਡਿਵਿਨਿਟੀ ਦੇ ਟੀਚਰਸ ਨੇ ਸਾਡੇ, ਤੇ ਉਹਨਾਂ ਨੂੰ ਜਿਹੜੇ ਪੰਜਾਬ ਲੈਵਲ ਤੇ ਜਿਹੜੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਉਹਨਾਂ ਨੂੰ ਅੱਜ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜਿਹੜੀ ਹੈ ਉਹਨਾਂ ਨੂੰ ਕੀਤੀ ਜਾਣੀ ਆ। ਤੇ ਉਹਨਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਸਾਡੇ ਵਿੱਚ ਮਾਲਵਾ ਵੈਲਫੇਅਰ ਸੁਸਾਇਟੀ ਤੋਂ ਡਾਕਟਰ ਬਲਜਿੰਦਰਪਾਲ ਜੀ ਤੇ ਕੁਲਵੰਤ ਪੱਪੂ ਜੀ ਤੇ ਭਗਦੀਪ ਗਿੱਲ ਜੀ ਤੇ ਆਪਣੇ ਮਲਕੀਤ ਸਿੰਘ ਜੀ ਜਿਹੜੇ ਬਾਪੂ ਸਿੰਘ ਪਹੁੰਚੇ ਨੇ, ਇਹਨਾਂ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ। ਸਾਡੇ ਛੋਟੇ ਭਰਾ ਇਕਬਾਲ ਮੁਹੰਮਦ ਜੀ ਜਿਹੜੇ ਜਗਬਾਣੀ ਤੋਂ ਪੱਤਰਕਾਰ ਵੀ ਨੇ। ਇਹ ਤੋਂ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਇੰਜੀਨੀਅਰ ਹਰਮਿੰਦਰਪਾਲ ਸਿੰਘ ਸਾਹਿਬ ਨਵਾਜਾ ਜੀ ਹਾਜ਼ਰੀ ਲਵਾ ਕੇ ਗਏ ਨੇ ਤੇ ਬੱਚਿਆਂ ਨੂੰ ਪ੍ਰਾਈਜ਼ ਡਿਸਟ੍ਰੀਬਿਊਟ ਕਰਕੇ ਗਏ ਨੇ। ਉਹਨਾਂ ਨੂੰ ਵੀ ਬਹੁਤ ਦਿਲੋਂ ਧੰਨਵਾਦ ਕੀਤਾ ਜਾਂਦਾ। ਤਾਂ ਇੰਨੇ ਹੀ ਕਹਿੰਦਾ ਹੋਇਆ ਪ੍ਰੋਗਰਾਮ ਨੂੰ ਜਿਹੜਾ ਹੈ ਆਗਾਜ਼ 10th ਦੀਆਂ ਲੜਕੀਆਂ ਜਿਹੜੀਆਂ ਉਹ ਕਰਵਾ ਰਹੀਆਂ ਨੇ ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਆਪਣਾ ਜਿਹੜਾ ਪ੍ਰੋਗਰਾਮ ਆ ਕੰਟੀਨਿਊ ਰੱਖਣ। ਥੈਂਕਸ ਅ ਪੱਤਰਕਾਰ ਹਰਮਿੰਦਰ ਸਿੰਘ ਜੀ ਤੇ ਪੱਤਰਕਾਰ ਬਲਜਿੰਦਰ ਸਿੰਘ ਜੀ, ਇਕਬਾਲ ਮੁਹੰਮਦ ਜੀ, ਪੂਰੀ ਮਾਲਵਾ ਵੈਲਫੇਅਰ ਕਲੱਬ ਜੋ ਕਿ ਆਪਣੀ ਪੂਰੀ ਸਟੱਡੀ ਆਪਣੀ ਪੂਰੀ ਤਨ ਮਨ ਨਾਲ ਆਪਣਾ ਪੂਰਾ ਸਹਿਯੋਗ ਕੈਂਬਰਿਜ ਮਾਡਲ ਸਕੂਲ ਨੂੰ ਲਗਾ ਰਹੇ ਨੇ। ਮੈਂ ਤਾਂ ਇਹਨਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਸੰਜੀਵ ਮੋਦਗਿੱਲ ਜੀ ਜਿੰਨਾ ਸਾਨੂੰ ਮਾਣ ਬਖਸ਼ਦੇ ਹਨ ਉਹਨਾਂ ਦੇ ਅਸੀਂ ਕਾਬਲ ਨਹੀਂ ਹੈਗੇ, ਜਿੰਨਾ ਸਾਨੂੰ ਮਾਣ ਬਖਸ਼ਦੇ ਹਨ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਉਰੇ ਆ ਕੇ ਨਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਵੇਂ ਤੁਸੀਂ ਪਹਿਲਾਂ ਦੱਸਿਆ ਹੈ ਕਿ ਬੱਚਿਆਂ ਪ੍ਰਤੀ ਵੀ ਬੱਚਿਆਂ ਨੂੰ ਕਿੰਨਾ ਉਤਸ਼ਾਹ ਕਰਦੇ ਹਨ ਔਰ ਇੰਨੀ ਨਿਰਭਤਾ ਜੋ ਦੇਖਣ ਨੂੰ ਇਹਨਾਂ 'ਚ ਮਿਲਦੀ ਆ, ਮੈਂ ਤਾਂ ਇਹਨਾਂ ਦਾ ਬਹੁਤ ঋਣੀ ਹਾਂ ਜਿੰਨੀ ਇਹਨਾਂ 'ਚ ਨਿਰਭਤਾ ਹੈ ਮੈਂ ਸ਼ਾਇਦ ਹੀ ਕਿਸੇ ਬੰਦੇ 'ਚ ਦੇਖੀ ਹੈ। ਵੀ ਮੈਂ ਤਾਂ ਪਹਿਲਾਂ ਵੀ ਇਹੀ ਗੱਲਾਂ ਕਰਦੇ ਸੀਗੇ ਕਿ ਸੰਜੀਵ ਮੋਦਗਿੱਲ ਜੀ ਆਪਣੇ ਜੋ ਡਰਾਈਵਰ ਸਾਹਿਬ ਨੂੰ ਉਹਨੂੰ ਵੀ ਸਰ ਕਹਿ ਕੇ ਬੁਲਾਉਂਦੇ ਹਨ, ਮੈਡਮ ਨੂੰ ਉਹ ਵੀ ਮੈਡਮ ਜੀ ਕਹਿ ਕੇ ਬੁਲਾਉਂਦੇ ਹਨ। ਮੈਂ ਤਾਂ ਵੀ ਇਹਨਾਂ ਤੋਂ ਇੰਨਾ ਕੁਝ ਸਿੱਖਣ ਨੂੰ ਮਿਲਦਾ, ਅਸੀਂ ਬਹੁਤ ਹੀ ਵਧਾਈ ਦੇ ਪਾਤਰ ਹਾਂ। ਇਹਨਾਂ ਵਰਗੇ ਜਿਹੜੇ ਸਾਡੇ ਮਿੱਤਰ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀ ਸਾਨੂੰ ਪ੍ਰਮਾਤਮਾ ਨੇ ਇਹੋ ਜਿਹੇ ਮਿੱਤਰ ਬਖਸ਼ਿਆ ਨੇ। ਇੰਨਾ ਅਸੀਂ ਕਹਿੰਦਾ ਹੈ ਕਿ ਮਾਤਾ ਜੱਜ ਗਾ।